हाँ जी, सत श्री अकाल जी साਰਿਆਂ ਨੂੰ। ਪਿਛਲੇ ਦਿਨੀ ਮੈਨੂੰ 10 ਗੁਰੂ ਸਾਹਿਬਾਨ ਤੇ ਬੇਸਡ ਇੱਕ ਕੰਟੈਸਟ ਵਾਚਣ ਦਾ ਮੌਕਾ ਮਿਲਿਆ ਜਿੱਥੇ ਮੋਸਟਲੀ ਯੰਗ ਸਿੱਖ ਵੀਰ ਤੇ ਭੈਣਾਂ ਸ਼ਾਮਿਲ ਸਨ। ਪਰ ਉੱਥੇ ਮੈਨੂੰ ਇੱਕ ਦੁੱਖ ਭਰੀ ਗੱਲ ਮਹਿਸੂਸ ਹੋਈ ਕਿ ਬਾਕੀ ਮਾਣਯੋਗ ਸਿੱਖ ਇਤਿਹਾਸ ਤਾਂ ਬੜੀ ਦੂਰ ਦੀ ਗੱਲ ਹੈ। ਸਾਡੀ ਨਵੀਂ ਪੀੜ੍ਹੀ ਆਪਣੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਵੀ ਬਾਹਲਾ ਕੁਝ ਨਹੀਂ ਜਾਣਦੀ। ਇਸ ਲਈ ਮੈਂ ਸੋਚਿਆ ਕਿ ਅੱਗੇ ਤੋਂ ਇਸ ਚੈਨਲ ਲਈ ਵੀਡੀਓ ਬਣਾਉਂਦੇ ਸਮੇਂ ਗੁਰੂ ਸਾਹਿਬਾਨਾਂ ਨਾਲ ਜੁੜੇ ਇਤਿਹਾਸ ਨੂੰ ਪਹਿਲ ਦਿੱਤੀ ਜਾਊਗੀ। हालांकि सानू अपने वडेरियां दा सारा इतिहास पता होना चाहिए है, पर गुरु साहिबानां नाल जुड़े इतिहास पता होना सब तो जरूरी है क्योंकि बंदी छोड़ दिवस इसे हफ्ते ही है। सो अज गल करांगे इस दिन के इतिहास नू रचण वाले मीरी पीरी दे मालक 6वें पातशाह धन श्री गुरु हरगोबिंद साहिब जी दी। 6वें पातशाह इस दिन 52 राजियां समेत ग्वालियर के किले चों रिहा होकर अमृतसर साहिब पहुंचे सन। ਇਹ ਗੱਲ ਤਾਂ ਆਪਾਂ ਸਭ ਨੇ ਸੁਣੀ ਹੈ, ਪਰ ਇਹ ਸੁਣਨ ਤੋਂ ਬਾਅਦ ਵਿੱਚ ਮਨ ਵਿੱਚ ਕਈ ਸਵਾਲ ਉੱਠਦੇ ਹਨ ਕਿ ਆਖਰ ਗੁਰੂ ਸਾਹਿਬਾਨ ਨੂੰ ਕੈਦ ਹੀ ਕਿਉਂ ਕੀਤਾ ਗਿਆ ਤੇ ਗੁਰੂ ਜੀ ਨੇ ਸਿਰਫ ਰਾਜਿਆਂ ਨੂੰ ਹੀ ਕਿਉਂ ਆਜ਼ਾਦ ਕਰਾਇਆ, ਕਿਸੇ ਗਰੀਬ ਜਾਂ ਮਜਲੂਮ ਨੂੰ ਕਿਉਂ ਨਹੀਂ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਨੇ ਆਪਣੀਆਂ ਚਾਰੇ ਜੰਗਾਂ ਕਿਉਂ ਤੇ ਕਿਵੇਂ ਲੜੀਆਂ, ਇਹ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਇਸ ਵੀਡੀਓ ਵਿੱਚ। पर शुरू करने तो पहला जे तुसी इस चैनल ते नवे आए हो तो चैनल को सबसक्राइब करके बैल आइकन जरूर प्रेस कर दियो ताकि मानयोग सिख इतिहास नाल जुड़े शानदार वीडियोस तुहाडे तक इसी तरह पहुंचते रहन। मीरी पीरी दे मालक 6वें पातशाह धन श्री गुरु हरगोबिंद साहिब जी दे जीवन नूं नेड़ियों वाचण लई आओ हुण आपां अपनी सुरत नूं 1593 दी विसाखी ते लै चलदे हां। 5वें पातशाह श्री गुरु अर्जन देव जी का दरबार लग्या होया है। संगतां महाराज दे चरनी नतमस्तक होके दसवंध भेंटां कर रहीआं हन। उसी समय काबुल तो आए एक प्रेमी सिख ने एक खास तरह के बहुत महंगे वस्त्रां का जोड़ा भेंट करके कहा कि पातशाह ये वस्त्र मैं खास तौर पर माता गंगा जी लिए तैयार करवाए हैं। गुरु जी ने खुश होकर वह वस्त्र अपनी धर्मपत्नी माता गंगा जी को भेज दिते ते माता जी ने किसी खास मौके पर पाउण लई उन्हां नूं साਂਭ के रख लिया। महंगे वस्त्रां की संभाल करनी भी बहुत जरूरी हुंदी है। सो बरसाती मौसम लंघण तो बाद माता जी ने एक दिन वह वस्त्र धुੱਪ लवाउण लई छत ते सुकणे पाए हुए सन। ਉਹਨਾਂ ਨੂੰ ਵੇਖ ਕੇ ਮਾਤਾ ਜੀ ਦੀ ਜਠਾਣੀ ਬੀਬੀ ਕਰਮੋ ਈਰਖਾ ਨਾਲ ਸੜ ਮਚ ਗਈ ਤੇ ਸ਼ਾਮ ਨੂੰ ਆਪਣੇ ਪਤੀ ਯਾਨੀ ਕਿ ਗੁਰੂ ਜੀ ਦੇ ਵੱਡੇ ਭਰਾ ਬਾਬਾ ਪ੍ਰਿਥਵੀ ਚੰਦ ਦੇ ਘਰੇ ਆਉਣ ਤੇ ਉਹਨਾਂ ਨੂੰ ਮਿਹਣਾ ਮਾਰ ਕੇ ਕਹਿੰਦੀ ਹੈ ਕਿ ਵੱਡਾ ਪੁੱਤਰ ਤੂੰ ਸੀ, ਜੇ ਤੇਰੇ ਲੱਛਣ ਚੱਜਦੇ ਹੁੰਦੇ ਤਾਂ ਅੱਜ ਗੁਰੂ ਗੱਦੀ ਦੇ ਮਾਲਕ ਆਪਾ ਹੋਣਾ ਸੀ। ਗੁਰਗੱਦੀ ਕਾਰਨ ਮੇਰੀ ਸੌਂਕਣ ਨੂੰ ਇਹੋ ਜਿਹੀਆਂ ਪੋਸ਼ਾਕਾਂ ਪਾਉਣ ਨੂੰ ਮਿਲਦੀਆਂ ਹਨ ਜੋ ਦਿੱਲੀ ਦੀ ਮਹਾਰਾਣੀ ਕੋਲ ਵੀ ਨਹੀਂ ਹਨ। ਪ੍ਰਿਥਵੀ ਚੰਦ ਜੋ ਕਿ ਪਹਿਲਾਂ ਤੋਂ ਹੀ ਗੁਰੂ ਜੀ ਤੇ ਲੱਗਦਾ ਸੀ ਕਹਿੰਦਾ ਹੈ ਕਿ ਭਾਗਵਾਨੇ ਘਬਰਾਉਣੀ ਕਿਉਂ ਹੈ, ਇਹ ਗੁਰੂ ਗੱਦੀ ਇਹ ਠਾਠ ਬਾਠ ਤੇ ਸਾਰਾ ਖਜ਼ਾਨਾ ਇੱਕ ਦਿਨ ਆਪਾਂ ਹੀ ਤਾਂ ਸਾਂਭਣਾ ਹੈ। ਅਰਜਨ ਦੇ ਘਰ ਕਿਹੜਾ ਕੋਈ ਔਲਾਦ ਹੋਣੀ ਹੈ। ਤੁਹਾਨੂੰ ਦੱਸ ਦਈਏ ਕਿ 1574 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਨੰਦ ਕਾਰਜ ਹੋਏ ਸਨ ਤੇ 1595 ਤੱਕ ਯਾਨੀ ਕਿ ਵਿਆਹ ਦੇ 21 ਸਾਲ ਬਾਅਦ ਤੱਕ ਉਹਨਾਂ ਦੇ ਘਰ ਕੋਈ ਸੰਤਾਨ ਨਹੀਂ ਸੀ। ਜਦੋਂ ਬਾਬਾ ਪ੍ਰਿਥਵੀ ਚੰਦ ਤੇ ਬੀਬੀ ਕਰਮੋ ਸ਼ਰੇਆਮ ਭਰੀ ਜੁੜੀ ਵਿੱਚ ਮਾਤਾ ਗੰਗਾ ਜੀ ਨੂੰ ਔਂਤਰੀ ਨਖੱਤਰੀ ਕਹਿ ਕੇ ਮਿਹਣੇ ਮਾਰਦੇ ਤਾਂ ਮਾਤਾ ਜੀ ਨੂੰ ਬਹੁਤ ਬੁਰਾ ਲੱਗਦਾ। ਬਹੁਤ ਵਾਰ ਉਹਨਾਂ ਦੀਆਂ ਅੱਖਾਂ ਤੱਕ ਭਰ ਆਉਂਦੀਆਂ ਸਨ। ਆਖਿਰਕਾਰ ਇੱਕ ਦਿਨ ਮਾਤਾ ਜੀ ਨੇ ਗੁਰੂ ਸਾਹਿਬ ਮੋਹਰੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਸਭ ਦੀਆਂ ਝੋਲੀਆਂ ਭਰਦੇ ਹੋ, ਕਿਰਪਾ ਕਰਕੇ ਮੈਨੂੰ ਵੀ ਸੰਤਾਨ ਦੀ ਦਾਤ ਬਖਸ਼ੋ। ਸਤਿਗੁਰੂ ਫਰਮਾਏ ਕਿ ਭਾਗਵਾਨੇ ਮੇਰੇ ਕੋਲ ਤਾਂ ਜੋ ਕੁਝ ਹੈ ਉਹ ਤਾਂ ਸੰਗਤ ਦਾ ਹੈ, ਜੇ ਕੋਈ ਹੋਰ ਵੱਡਾ ਮਹਾਂਪੁਰਖ ਸਾਡੇ ਲਈ ਅਰਦਾਸ ਕਰ ਦੇਵੇ ਤਾਂ ਜ਼ਰੂਰ ਤੁਹਾਡੀ ਝੋਲੀ ਭਰ ਸਕਦੀ। ਤਦ ਗੁਰੂ ਜੀ ਨੇ ਅਰਦਾਸ ਕਰਾਉਣ ਲਈ ਸਤਿਕਾਰਯੋਗ ਬਾਬਾ ਬੁੱਢਾ ਜੀ ਦਾ ਨਾਮ ਸੁਜੈਸਟ ਕੀਤਾ। ਇਸ ਤੋਂ ਬਾਅਦ ਮਾਤਾ ਜੀ ਕਿਵੇਂ ਮਿੱਸੀਆਂ ਰੋਟੀਆਂ, ਗੰਢੇ, ਲੱਸੀ ਤੇ ਮੱਖਣ ਦਾ ਲੰਗਰ ਲੈ ਕੇ ਬਾਬਾ ਜੀ ਕੋਲ ਗਏ ਤੇ ਉਹਨਾਂ ਗੰਢਾ ਭੰਦਿਆਂ ਹੋਇਆ ਕਿਸ ਤਰ੍ਹਾਂ ਪੁੱਤਰ ਦਾ ਵਰ ਦਿੱਤਾ, ਇਹ ਸਾਖੀ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ। ਗੰਢਾ ਭੰਦਿਆਂ ਬਾਬਾ ਬੁੱਢਾ ਜੀ ਫਰਮਾਏ ਕਿ ਜਿਸ ਤਰ੍ਹਾਂ ਮੈਂ ਮੁੱਕੀ ਮਾਰ ਕੇ ਗੰਢਾ ਭੰਨਿਆ ਹੈ ਉਸੇ ਤਰ੍ਹਾਂ ਤੁਹਾਡਾ ਪੁੱਤਰ ਜ਼ਾਲਮਾਂ ਦੇ ਸਿਰ ਭੰਨਿਆ ਕਰੂਗਾ। ਹਾਲਾਂਕਿ ਉਸ ਸਮੇਂ ਤੱਕ ਚਾਰੇ ਗੁਰੂਆਂ ਦਾ ਜੀਵਨ ਨਾਮ ਤੇ ਬੰਦਗੀ ਵਾਲਾ ਹੀ ਰਿਹਾ ਸੀ, ਇਸ ਲਈ ਇੱਕ ਯੋਧੇ ਦੇ ਜੀਵਨ ਵਾਲੀ ਦਾਤ ਉਸ ਸਮੇਂ ਮਾਤਾ ਜੀ ਦੀ ਸਮਝ ਵਿੱਚ ਨਹੀਂ ਆਈ। ਪਰ ਪੁੱਤਰ ਦਾ ਵਰ ਪਾ ਕੇ ਉਹ ਬਹੁਤ ਖੁਸ਼ ਹੋਏ ਤੇ ਕੁਝ ਸਮੇਂ ਬਾਅਦ 19 ਜੂਨ 1595 ਨੂੰ 5ਵੇਂ ਪਾਤਸ਼ਾਹ ਦੇ ਘਰ ਸਪੁੱਤਰ ਦੇ ਰੂਪ ਵਿੱਚ 6ਵੇਂ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ। ਬਾਬਾ ਬੁੱਢਾ ਜੀ ਨੇ ਹੀ ਇਹਨਾਂ ਦਾ ਨਾਮਕਰਨ ਕੀਤਾ ਹਰਗੋਬਿੰਦ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉਸ ਸਮੇਂ ਬਾਬਾ ਪ੍ਰਿਥਵੀ ਚੰਦ ਦੇ ਘਰ ਇਹੋ ਜਿਹਾ ਸੀ ਜਿੱਥੇ ਰੋਸ ਦਾ ਮਾਹੌਲ ਸੀ। ਉਹ ਦੋਵੇਂ ਉਸ ਅਭਾਗੇ ਚੂਨੇ ਦੇ ਵਾਂਗ ਸਨ ਜਿਹੜਾ ਪਾਣੀ ਸਾਰੇ ਸੰਸਾਰ ਦੀ ਅੱਗ ਠੰਡੀ ਕਰਦਾ ਹੈ, ਪਰ ਚੂਨੇ ਦੇ ਤਾਂ ਪਾਣੀ ਪੈਣ ਨਾਲ ਵੀ ਭਾਂਬੜ ਉੱਠ ਖਲੋਂਦੇ ਹਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਧਾਰਨ ਕਰਨ ਤੇ ਬਾਬਾ ਪ੍ਰਿਥਵੀ ਚੰਦ ਦਾ ਆਪਣੇ ਪੁੱਤਰ ਦਾ ਗੁਰਗੱਦੀ ਤੇ ਬੈਠਣ ਦਾ ਸੁਪਨਾ ਟੁੱਟਦਾ ਦਿਸ ਰਿਹਾ ਸੀ। ਇੰਨੇ ਸਾਲਾਂ ਦੇ ਸੁਪਨੇ ਨੂੰ ਇੰਨੀ ਛੇਤੀ ਕਿਵੇਂ ਭੁੱਲ ਸਕਦੇ ਸਨ। ਸੋ ਉਹਨਾਂ ਨੇ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਪੈਸੇ ਦੇ ਕੇ ਇੱਕ ਦਾਈ ਖਰੀਦੀ ਤੇ ਉਸ ਨੂੰ ਕਿਹਾ ਕਿ ਤੂੰ ਆਪਣੇ ਸਰੀਰ ਤੇ ਜਿੱਥੋਂ ਬੱਚਾ ਦੁੱਧ ਚੁੰਗਦਾ ਹੈ ਉੱਤੇ ਜ਼ਹਿਰ ਲਾ ਕੇ ਜਾਈਂ ਤੇ ਬੱਚੇ ਨੂੰ ਚੁੱਕ ਲਈ।
ਕੁਦਰਤੀ ਗੱਲ ਹੈ ਕਿ ਮਾਸੂਮ ਬੱਚੇ ਨੇ ਚੁੱਕਣ ਤੇ ਦੁੱਧ ਦੀ ਆਸ ਕਰਨੀ ਹੈ ਤੇ ਤੂੰ ਆਪਣੇ ਸਰੀਰ ਤੋਂ ਬੱਚੇ ਨੂੰ ਜ਼ਹਿਰ ਚੁੰਘਾ ਕੇ ਮਾਰ ਦੇ। ਖੁਸ਼ੀਆਂ ਭਰੇ ਮਾਹੌਲ ਵਿੱਚ ਦਰਸ਼ਨ ਕਰਨ ਦੇ ਬਹਾਨੇ ਉਸ ਦਾਈ ਨੇ ਗੁਰੂ ਜੀ ਦੇ ਘਰ ਵਿੱਚ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਮੌਕਾ ਦੇਖ ਕੇ ਜ਼ਹਿਰ ਦੇਣ ਲਈ ਪਹੁੰਚ ਗਈ। ਪਰ ਪਰਮਾਤਮਾ ਨੂੰ ਵੀ ਭਲਾ ਕੋਈ ਠੱਗ ਸਕਦਾ ਹੈ। 6ਵੇਂ ਪਾਤਸ਼ਾਹ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਜ਼ਹਿਰ ਦਾ ਰਿਐਕਸ਼ਨ ਹੋ ਗਿਆ ਤੇ ਉੱਥੇ ਹੀ ਤੜਪ ਕੇ ਮਰ ਗਈ। ਪਰ ਮਰਨ ਤੋਂ ਪਹਿਲਾਂ ਪ੍ਰਿਥਵੀ ਚੰਦ ਦੀ ਪੋਲ ਜ਼ਰੂਰ ਖੋਲ ਗਈ। ਇਸ ਵਾਕੇ ਨਾਲ ਪ੍ਰਿਥਵੀ ਚੰਦ ਦੀ ਬੜੀ ਬਦਨਾਮੀ ਹੋਈ, ਪਰ ਉਸ ਦੇ ਸਿਰ ਤਾਂ ਦੌਲਤ ਤੇ ਸ਼ੋਹਰਤ ਪਾਉਣ ਦਾ ਭੂਤ ਸਵਾਰ ਸੀ। ਉਹ ਹਜੇ ਵੀ ਨਹੀਂ ਸੁਧਰਿਆ। ਇਸ ਤੋਂ ਬਾਅਦ ਉਹਨਾਂ ਨੇ ਗੁਰੂ ਸਾਹਿਬ ਨੂੰ ਮਾਰਨ ਦੀਆਂ 2 ਹੋਰ ਕੋਸ਼ਿਸ਼ਾਂ ਵੀ ਕੀਤੀਆਂ। ਇੱਕ ਵਾਰ ਇੱਕ ਸਪੇਰੇ ਨੂੰ ਤੇ ਇੱਕ ਵਾਰ ਇੱਕ ਖਿਡਾਰੇ ਨੂੰ ਜ਼ਹਿਰ ਦੇ ਕੇ ਭੇਜਿਆ, ਪਰ ਦੋਵੇਂ ਹੀ ਆਪਣੀ ਚਾਲ ਦਾ ਆਪ ਸ਼ਿਕਾਰ ਹੋ ਗਏ। ਪਰ ਮਰਨ ਤੋਂ ਪਹਿਲਾਂ ਇਹਨਾਂ ਦੋਨਾਂ ਨੇ ਵੀ ਪ੍ਰਿਥਵੀ ਚੰਦ ਦੀ ਪੋਲ ਖੋਲ ਦਿੱਤੀ ਸੀ। ਸਮਾਂ ਆਪਣੀ ਚਾਲ ਚੱਲਦਾ ਰਿਹਾ ਤੇ ਹੁਣ ਮੌਕਾ ਆਇਆ ਬਾਲਕ ਹਰਗੋਬਿੰਦ ਨੂੰ ਸਿੱਖਿਆ ਦੇਣ ਦਾ। ਇਹ ਜ਼ਿੰਮੇਵਾਰੀ ਵੀ ਬਾਬਾ ਬੁੱਢਾ ਜੀ ਨੂੰ ਹੀ ਸੌਂਪੀ ਗਈ। ਬਾਬਾ ਜੀ ਨੇ ਬਾਲਕ ਹਰਗੋਬਿੰਦ ਨੂੰ ਸ਼ਸਤਰ ਵਿੱਦਿਆ, ਘੋੜਸਵਾਰੀ, ਗੁਰਮੁਖੀ, ਗੁਰਬਾਣੀ ਸੰਥਿਆ, ਤੈਰਾਕੀ, ਰਸਾਇਣ ਵਿੱਦਿਆ, ਇੱਥੋਂ ਤੱਕ ਕਿ ਤਾਰਾ ਮੰਡਲ ਦੀ ਵੀ ਸਿੱਖਿਆ ਦਿੱਤੀ। ਇੱਕ ਇੰਟਰਸਟਿੰਗ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰ ਦੇਵਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੜੀ ਉੱਚੀ ਕੱਦ ਕਾਠੀ ਤੇ ਤਗੜੇ ਸਰੀਰ ਦੇ ਮਾਲਕ ਸਨ। ਜਵਾਨੀ ਵੇਲੇ ਉਹਨਾਂ ਦਾ ਕੱਦ ਲਗਭਗ 7 ਫੁੱਟ ਤੇ ਭਾਰ 200 ਕਿਲੋ ਦੇ ਕਰੀਬ ਸੀ। 5ਵੇਂ ਪਿਤਾ ਦੇ ਵੱਧਦੇ ਪ੍ਰਭਾਵ ਤੋਂ ਮੁਗਲ ਬਾਦਸ਼ਾਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਸੀ। ਉੱਤੋਂ ਉਹਦੇ ਦਰਬਾਰ 'ਚ ਕੰਨ ਭਰਨ ਵਰਗੇ ਚੰਦੂ ਵਰਗੇ ਚਮਚੇ ਸਨ ਜੋ ਇੱਕ ਦੀਆਂ 4 ਬਣਾ ਕੇ ਦੱਸਦੇ ਸਨ। ਇਹਨਾਂ ਸਭ ਦਾ ਨਤੀਜਾ ਇਹ ਨਿਕਲਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਕੇ ਬੇਇੰਤਹਾ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹ ਦਰਦਨਾਕ ਵਾਕਾ ਨਾਲ ਗਏ ਸਿੰਘਾਂ ਨੇ ਆ ਕੇ ਦਰਬਾਰ ਵਿੱਚ ਸੁਣਾਇਆ ਤਾਂ ਹਰ ਇੱਕ ਦੀਆਂ ਅੱਖਾਂ ਭਰ ਗਈਆਂ। ਪਰ ਉਹ 11 ਸਾਲ ਦਾ ਬਾਲਕ ਜਿਹਦੇ ਪਿਤਾ ਨਾਲ ਇਹ ਸਭ ਕੁਝ ਵਾਪਰਿਆ ਸੀ, ਉਹ ਮੁਗਲਾਂ ਨਾਲ ਟੱਕਰ ਲੈਣ ਦਾ ਨਿਸ਼ਚੈ ਕਰ ਚੁੱਕਿਆ ਸੀ। ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਗਏ ਸਨ ਤੇ ਆਪਣੇ ਪਿਤਾ ਦੀ ਦਰਦਨਾਕ ਸ਼ਹੀਦੀ ਦੀ ਗਾਥਾ ਸੁਣਨ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਵਿੱਚ ਖਲੋ ਕੇ ਮੀਰੀ ਤੇ ਪੀਰੀ ਨਾਂ ਦੀਆਂ 2 ਤਲਵਾਰਾਂ ਧਾਰਨ ਕਰਕੇ ਮੁਗਲਾਂ ਦੇ ਖਿਲਾਫ ਬਗਾਵਤ ਦਾ ਐਲਾਨ ਕਰ ਦਿੱਤਾ। ਮੀਰੀ ਦੀ ਤਲਵਾਰ ਜ਼ਬਰ ਤੇ ਜ਼ੁਲਮ ਦੇ ਖਿਲਾਫ ਹਥਿਆਰਬੰਦ ਟੱਕਰ ਲੈ ਕੇ ਆਪਣੇ ਹੱਕ ਲੈਣ ਤੇ ਰਾਜ ਕਰਨ ਦਾ ਪ੍ਰਤੀਕ ਸੀ। ਪੀਰੀ ਦੀ ਤਲਵਾਰ ਰੂਹਾਨੀਅਤ ਤੇ ਬੰਦਗੀ ਦਾ ਪ੍ਰਤੀਕ ਸੀ। ਬੰਦਗੀ ਦੇ ਪ੍ਰਤੀਕ ਦੇ ਰੂਪ ਵਿੱਚ ਤਲਵਾਰ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਗੁਰੂ ਸਾਹਿਬ ਦਾ ਮੰਨਣਾ ਸੀ ਕਿ ਕਮਜ਼ੋਰ ਹੁੰਦੇ ਰੱਬ ਨੂੰ ਯਾਦ ਕਰਨਾ ਸੌਖਾ ਹੈ, ਕਿਉਂਕਿ ਉਸ ਸਮੇਂ ਮਨੁੱਖ ਕੋਲ ਤਰਲੇ ਮਾਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ। ਪਰ ਰਾਜ ਮਿਲਣ ਤੋਂ ਬਾਅਦ ਵੀ ਰੱਬ ਨੂੰ ਯਾਦ ਰੱਖਣਾ ਸੱਚਮੁੱਚ ਖੰਡੇ ਦੀ ਧਾਰ ਤੇ ਚੱਲਣ ਦੇ ਬਰਾਬਰ ਹੈ। ਦੋਨਾਂ ਤਲਵਾਰਾਂ 'ਚੋਂ ਪੀਰੀ ਦੀ ਤਲਵਾਰ 2 ਇੰਚ ਵੱਡੀ ਸੀ, ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਰਾਜਨੀਤੀ ਹਮੇਸ਼ਾ ਧਰਮ ਦੇ ਅਧੀਨ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਫਰਮਾਏ ਕਿ ਸਾਡੇ ਸ਼ਾਂਤੀ ਦੇ ਮਾਰਗ ਨੂੰ ਇਹਨਾਂ ਮੁਗਲਾਂ ਨੇ ਕਾਇਰਤਾ ਸਮਝ ਲਿਆ ਹੈ। ਜਦੋਂ ਬਾਕੀ ਸਾਰੇ ਹੀਲੇ ਵਸੀਲੇ ਕਰਕੇ ਵੇਖ ਲਏ ਜਾਣ, ਉਦੋਂ ਹਥਿਆਰ ਚੁੱਕਣਾ ਜਾਇਜ਼ ਹੈ। ਸੰਗਤਾਂ ਨੂੰ ਹੁਕਮ ਹੈ ਕਿ ਅੱਜ ਤੋਂ ਸਾਨੂੰ ਦਸਵੰਧ ਵਿੱਚ ਸੋਨਾ ਚਾਂਦੀ ਨਹੀਂ ਚਾਹੀਦਾ। ਸਾਨੂੰ ਵਧੀਆ ਸ਼ਸਤਰ, ਮਹਿੰਗੀ ਨਸਲ ਦੇ ਘੋੜੇ ਤੇ ਸਿਹਤਮੰਦ ਜਵਾਨੀਆਂ ਭੇਟ ਕੀਤੀਆਂ ਜਾਣ। ਜੇ ਉਹ ਚਾਹੁੰਦੇ ਹਨ ਕਿ ਅਸੀਂ ਵੀ ਉਹਨਾਂ ਦੀ ਭਾਸ਼ਾ ਵਿੱਚ ਹੀ ਗੱਲ ਕਰੀਏ ਤਾਂ ਸਿੱਖ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ, ਕਿਉਂਕਿ ਜੰਗੇ ਮੈਦਾਨ ਵਿੱਚ ਸਿਰਫ ਸਿਰ ਵੱਡੇ ਹੀ ਨਹੀਂ ਜਾਣੇ ਸੀ, ਸਿਰ ਦੇਣੇ ਵੀ ਪੈਣੇ ਸੀ। ਇਸ ਲਈ ਜਿਹੜੇ ਵਿਚਾਰੇ ਥੋੜੇ ਜਿਹੇ ਢਿੱਲੇ ਸਿੱਖ ਸੀ, ਉਹ ਘਬਰਾ ਗਏ। ਉਹਨਾਂ ਨੇ ਜਾ ਕੇ ਮਾਤਾ ਗੰਗਾ ਜੀ ਨੂੰ ਸ਼ਿਕਾਇਤ ਕਰ ਦਿੱਤੀ ਕਿ ਮਾਤਾ ਜੀ, ਸਾਡੇ ਪਹਿਲੇ ਗੁਰੂਆਂ ਨੇ ਤਾਂ ਸ਼ਾਂਤੀ ਦੀ ਰਾਹ ਚੁਣੀ ਸੀ ਤੇ ਤੁਹਾਡਾ ਪੁੱਤਰ ਹਥਿਆਰ ਚੱਕ ਕੇ ਜ਼ਾਲਮਾਂ ਦੇ ਸਿਰ ਫੇਣ ਦੀ ਗੱਲ ਕਰ ਰਿਹਾ ਹੈ। ਤਦ ਇੰਨੇ ਸਾਲਾਂ ਬਾਅਦ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਦੇ ਕਹੇ ਬੋਲ ਸਮਝ ਆਏ ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਮੇਰੇ ਪੁੱਤਰ ਦਾ ਤਾਂ ਜਨਮ ਹੀ ਇਸੇ ਕੰਮ ਲਈ ਹੋਇਆ ਹੈ। ਇਸ ਤੋਂ ਬਾਅਦ ਗੁਰੂ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਹਰਮੰਦਰ ਸਾਹਿਬ ਦੇ ਇਲਾਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ, ਜੋ ਕਿ ਸਿੱਖ ਰਾਜਨੀਤੀ ਦਾ ਕੇਂਦਰ ਸੀ। ਗੁਰੂ ਸਾਹਿਬ ਫਰਮਾਏ ਕਿ ਮੈਂ ਇਹੋ ਜਿਹਾ ਤਖਤ ਰਚਣ ਜਾ ਰਿਹਾ ਹਾਂ ਜਿੱਥੇ ਉਹਨਾਂ ਨੂੰ ਵੀ ਇਨਸਾਫ ਮਿਲੂਗਾ ਜਿਨ੍ਹਾਂ ਗਰੀਬਾਂ ਤੇ ਮਜ਼ਲੂਮਾਂ ਦੀ ਹਕੂਮਤ ਦੇ ਤਖਤ ਤੇ ਕੋਈ ਸੁਣਵਾਈ ਨਹੀਂ ਹੁੰਦੀ। ਜਦਕਿ ਅੱਜ ਕੱਲ੍ਹ ਸਿਆਸਤਦਾਨਾਂ ਨੇ ਆਵਾਮ ਦੇ ਮਨ ਵਿੱਚ ਇਹ ਗੱਲ ਭਰ ਦਿੱਤੀ ਹੈ ਕਿ ਧਾਰਮਿਕ ਲੋਕਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਜਦਕਿ ਰਾਜਨੀਤੀ ਨੂੰ ਇਗਨੋਰ ਕਰਨ ਦਾ ਮਾੜਾ ਰਿਜ਼ਲਟ ਆਪਾਂ ਇੱਕ ਵਾਰ ਪਹਿਲਾਂ ਵੀ ਭੁਗਤ ਚੁੱਕੇ ਹਾਂ। ਜਦੋਂ 84 ਤੋਂ ਬਾਅਦ ਸਿੱਖਾਂ ਨੇ ਇਲੈਕਸ਼ਨ ਦਾ ਬਾਈਕਾਟ ਕਰ ਦਿੱਤਾ ਸੀ ਤੇ ਸਿਰਫ 20% ਵੋਟਾਂ ਨਾਲ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ ਸੀ ਤੇ ਉਸਨੇ ਸਿੱਖਾਂ ਤੇ ਜਿਹੜਾ ਕਹਿਰ ਢਾਇਆ, ਉਸ ਦਾ ਸੰਤਾਪ ਸਾਡੀਆਂ ਪੀੜ੍ਹੀਆਂ ਅੱਜ ਵੀ ਭੁਗਤ ਰਹੀਆਂ ਹਨ। ਪੰਜਾਬ 'ਚ ਸੜਕਾਂ ਤੇ ਕੋਈ ਜਵਾਨ ਸਿੱਖ ਨਹੀਂ ਸੀ ਦਿੰਦਾ, ਇੰਨਾ ਵੱਡਾ ਕਤਲੇਆਮ ਹੋਇਆ ਸੀ ਉਸ ਸਮੇਂ ਸਾਡਾ। ਗੁਰੂ ਜੀ ਦੇ ਨੀਤੀ ਬਦਲਣ ਨਾਲ ਹੁਣ ਹੌਲੀ-ਹੌਲੀ ਮਾਹੌਲ ਵੀ ਬਦਲਣ ਲੱਗ ਪਿਆ ਸੀ। ਜਿਨ੍ਹਾਂ ਮਜ਼ਲੂਮਾਂ ਤੇ ਗਰੀਬਾਂ ਦੀ ਕੋਈ ਫਰਿਆਦ ਨਹੀਂ ਸੀ ਸੁਣਦਾ, ਇਹੋ ਜਿਹੇ ਲੋਕਾਂ ਨੂੰ ਹੁਣ ਇੱਕ ਆਸ ਦੀ ਕਿਰਨ ਦਿਖਣ ਲੱਗ ਪਈ ਸੀ। ਹੌਲੀ-ਹੌਲੀ ਗੁਰੂ ਘਰ ਦਾ ਜਸ ਇੰਨਾ ਵੱਧਦਾ ਗਿਆ ਕਿ ਦੂਰੋਂ ਰੋਜ਼ਾਨਾ ਦੇ ਅਨੇਕਾਂ ਲੋਕ ਆਪਣੀ ਫਰਿਆਦ ਲੈ ਕੇ ਦਰਬਾਰ ਸਾਹਿਬ ਪਹੁੰਚਣ ਲੱਗ ਪਏ। ਨਾਲ ਹੀ 6ਵੇਂ ਪਾਤਸ਼ਾਹ ਦੇ ਹੁਕਮ ਤੇ ਨੌਜਵਾਨਾਂ ਨੂੰ ਸ਼ਸਤਰ ਵਿੱਦਿਆ, ਘੋੜਸਵਾਰੀ ਤੇ ਯੁੱਧ ਨੀਤੀਆਂ ਸਿਖਾਈਆਂ ਜਾਣ ਲੱਗ ਪਈਆਂ। 1500 ਤੋਂ ਵੱਧ ਇਹੋ ਜਿਹੇ ਸਿੱਖ ਨੌਜਵਾਨ ਇਸ ਆਰਮੀ ਵਿੱਚ ਸ਼ਾਮਿਲ ਹੋ ਗਏ ਜਿਹੜੇ ਕਹਿੰਦੇ ਸਨ ਕਿ ਸਤਿਗੁਰੂ ਸਾਨੂੰ 2 ਵਕਤ ਦੀ ਰੁੱਖੀ ਮਿੱਸੀ ਰੋਟੀ ਤੇ 6 ਮਹੀਨੇ ਬਾਅਦ ਤਨ ਢੱਕਣ ਨੂੰ ਇੱਕ ਚੋਲਾ ਦੇ ਦਿਓ।
ਅੱਜ ਤੋਂ ਬਾਅਦ ਅਸੀਂ ਘਰ ਨਹੀਂ ਜਾਣਾ, ਜਿੱਥੇ ਕਹੋਗੇ ਉੱਥੇ ਆਪਣੇ ਸਰੀਰ ਦਾ ਠਿਕਰਾ ਭੰਨ ਦਿਆਂਗੇ। ਇਹ ਸਾਰੀਆਂ ਗੱਲਾਂ ਹੌਲੀ-ਹੌਲੀ ਮੁਗਲ ਦਰਬਾਰ ਵਿੱਚ ਜਹਾਂਗੀਰ ਕੋਲ ਪਹੁੰਚਣ ਲੱਗ ਪਈਆਂ ਤੇ ਪਹੁੰਚਾਉਣ ਵਾਲੇ ਕੌਣ ਸਨ? ਉਹੀ ਚੰਦੂ ਵਰਗੇ ਗੱਪੀ ਜਿਹੜੀਆਂ ਇੱਕ ਦੀਆਂ ਚਾਰ ਬਣਾ ਕੇ ਦੱਸਦੇ ਸਨ। ਉਹ ਕਹਿੰਦੇ ਸਨ ਕਿ ਬਾਦਸ਼ਾਹ ਸਲਾਮਤ ਅਰਜਨ ਨੂੰ ਮਾਰਨ ਤੋਂ ਬਾਅਦ ਉਹਦਾ ਪੁੱਤਰ ਬਗਾਵਤ ਤੇ ਉਤਰ ਆਇਆ ਹੈ। ਉਹਨੇ ਹਮਲੇ ਲਈ ਫੌਜ ਤਿਆਰ ਕਰ ਲਈ ਹੈ। ਤੁਹਾਡੇ ਰਾਜ ਦੇ ਅਧੀਨ ਹੀ ਉਹ ਆਪਣਾ ਤਖਤ ਲਾ ਕੇ ਬੈਠਦਾ ਹੈ ਤੇ ਆਵਾਮ ਨੂੰ ਤੁਹਾਡੇ ਖਿਲਾਫ ਭੜਕਾ ਰਿਹਾ ਹੈ। ਹਰ ਰੋਜ਼ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਜਹਾਂਗੀਰ ਦੇ ਮਨ ਵਿੱਚ ਅਸਹਿਜਤਾ ਮਹਿਸੂਸ ਹੋਣ ਲੱਗ ਪਈ। ਆਖਿਰਕਾਰ ਉਸਨੇ ਗੁਰੂ ਸਾਹਿਬਾਨ ਨੂੰ ਪੱਤਰ ਲਿਖਿਆ ਕਿ ਮੈਂ ਆਪਣੀ ਕਰਨੀ ਤੇ ਬਹੁਤ ਸ਼ਰਮਿੰਦਾ ਹਾਂ। ਤੁਹਾਡੇ ਪਿਤਾ ਜੀ ਨੂੰ ਸ਼ਹੀਦ ਕਰਨ ਲਈ ਮੈਂ ਮਾਫੀ ਮੰਗਦਾ ਹਾਂ। ਮੇਰੀ ਸਿਹਤ ਅੱਜ ਕੱਲ੍ਹ ਠੀਕ ਨਹੀਂ ਰਹਿੰਦੀ ਤੇ ਸਾਡੇ ਸ਼ਾਹੀ ਪੀਰ ਨੇ ਕਿਹਾ ਹੈ ਕਿ ਜਿੰਨਾ ਚਿਰ ਮੈਂ ਤੁਹਾਨੂੰ ਆਪਣੇ ਮਹਿਲਾਂ ਵਿੱਚ ਰੱਖ ਕੇ ਤੁਹਾਡੀ ਸੇਵਾ ਨਹੀਂ ਕਰਦਾ, ਆਪਣੀ ਕਰਨੀ ਤੇ ਪਛਤਾਵਾ ਨਹੀਂ ਕਰਦਾ, ਮੈਂ ਠੀਕ ਨਹੀਂ ਹੋ ਸਕਦਾ। ਇਸ ਲਈ ਫਿਰ ਜਹਾਂਗੀਰ ਦੇ ਸੱਦੇ ਤੇ ਗੁਰੂ ਪਿਤਾ ਦੀ ਦਿੱਲੀ ਵਿਖੇ ਆਮਦ ਹੋਈ। ਜਹਾਂਗੀਰ ਨੇ ਬੜੇ ਅਦਬ ਸਤਿਕਾਰ ਨਾਲ ਗੁਰੂ ਜੀ ਦਾ ਸਵਾਗਤ ਕੀਤਾ। ਕੁਝ ਦਿਨਾਂ ਤੱਕ ਉਹਨਾਂ ਨੂੰ ਆਪਣੇ ਮਹਿਲ ਵਿੱਚ ਰੱਖ ਕੇ ਸੇਵਾ ਕਰਨ ਤੋਂ ਬਾਅਦ ਕਿ ਮਹਾਰਾਜ ਤੁਸੀਂ ਆਪਣੀ ਤਸ਼ਰੀਫ ਨੂੰ ਗਵਾਲੀਅਰ ਦੇ ਕਿਲੇ ਵਿਖੇ ਲੈ ਚੱਲੋ, ਮੈਂ ਆਪਣੇ ਕੁਝ ਜ਼ਰੂਰੀ ਕੰਮ ਨਿਪਟਾਉਣ ਤੋਂ ਬਾਅਦ ਤੁਹਾਨੂੰ 1 ਹਫ਼ਤੇ ਵਿੱਚ ਉੱਥੇ ਮਿਲਦਾ ਹਾਂ। ਇਸ ਲਈ ਫਿਰ ਸ਼ਾਹੀ ਸਵਾਰੀ 'ਚ ਬਿਠਾ ਕੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿਖੇ ਭੇਜ ਦਿੱਤਾ ਗਿਆ। ਦਰਅਸਲ ਗਵਾਲੀਅਰ ਦਾ ਕਿਲਾ ਕਿਸੇ ਸਮੇਂ ਮੁਗਲਾਂ ਦੀ ਮਨਪਸੰਦ ਥਾਂ ਹੁੰਦਾ ਸੀ, ਪਰ ਅੱਜ ਕੱਲ੍ਹ ਇਸ ਨੂੰ VIP ਜੇਲ੍ਹ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਸੀ। ਇਹ ਜਹਾਂਗੀਰ ਦੀ ਰਾਜਨੀਤੀ ਦਾ ਇੱਕ ਹਿੱਸਾ ਸੀ ਕਿ ਉਸਨੂੰ ਜਿਹੜੇ ਰਾਜੇ, ਸੁਲਤਾਨ ਜਾਂ ਕਿਸੇ ਧਾਰਮਿਕ ਆਗੂ ਤੋਂ ਥੋੜਾ ਬਹੁਤ ਵੀ ਖਤਰਾ ਮਹਿਸੂਸ ਹੁੰਦਾ ਸੀ, ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿਖੇ ਕੈਦ ਕਰ ਦਿੰਦਾ ਸੀ। ਗੁਰੂ ਜੀ ਤੋਂ ਪਹਿਲਾਂ ਵੀ ਇੱਥੇ ਲਗਭਗ 52 ਲੋਕ ਕੈਦ ਸਨ, ਜਿਨ੍ਹਾਂ ਵਿੱਚ 22 ਧਰ ਦੇ 22 ਰਾਜੇ, ਕੁਝ ਹੋਰ ਰਿਆਸਤਾਂ ਦੇ ਰਾਜੇ ਤੇ 2-3 ਧਾਰਮਿਕ ਆਗੂ ਸਨ। ਉਹਨਾਂ ਦੀ ਹਾਲਤ ਬਹੁਤ ਬੁਰੀ ਸੀ। ਨਹਾਤਿਆਂ ਨੂੰ ਮੁੱਦਤਾਂ ਬੀਤ ਗਈਆਂ ਸੀ, ਵਾਲ ਵਧੇ ਹੋਏ ਸਨ, ਸਿਰ ਵਿੱਚ ਜੂਆਂ ਪਈਆਂ ਸੀ, ਸਰੀਰ ਤੇ ਨਾ ਮਾਤਰ ਕੱਪੜੇ ਸਨ, ਪੈਰਾਂ ਵਿੱਚ ਭਾਰੀ ਜੰਜੀਰਾਂ ਬੰਨੀਆਂ ਸਨ, ਜਿਨ੍ਹਾਂ ਕਰਕੇ ਪੈਰ 'ਚ ਜ਼ਖਮ ਹੋ ਕੇ ਕੀੜੇ ਪਏ ਹੋਏ ਸਨ। ਗਵਾਲੀਅਰ ਦਾ ਕਿਲਾ ਇਸ ਕਰਕੇ ਬਦਨਾਮ ਸੀ ਕਿ ਜਹਾਂਗੀਰ ਨੇ ਇੱਥੇ ਜਿਹਨੂੰ ਵੀ ਕੈਦ ਕੀਤਾ ਸੀ ਉਹ ਕਦੇ ਜਿਉਂਦਾ ਇਸ ਤੋਂ ਬਾਹਰ ਨਹੀਂ ਨਿਕਲਿਆ ਸੀ। ਉਸਦੇ ਪਿੰਜਰ ਹੀ ਬਾਹਰ ਜਾਂਦੇ ਸਨ, ਕਿਉਂਕਿ ਇੱਥੇ ਕਿਲੇ ਵਿੱਚ ਕੈਦੀਆਂ ਨੂੰ ਜੋ ਰੁੱਖਾ ਮਿੱਸਾ ਖਾਣ ਨੂੰ ਦਿੱਤਾ ਜਾਂਦਾ ਸੀ ਉਹਦੇ ਵਿੱਚ ਵੀ ਮਿੱਠਾ ਜ਼ਹਿਰ ਯਾਨੀ ਕਿ ਸਲੋ ਪੋਇਜ਼ਨ ਮਿਲਾਇਆ ਹੁੰਦਾ ਸੀ। ਇਸ ਕਿਲੇ ਦਾ ਦਰੋਗਾ, ਜਿਸ ਨੂੰ ਆਪਾਂ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਜੇਲ੍ਹ ਸੁਪਰੀਡੈਂਡੈਂਟ ਕਹਿੰਦੇ ਹਾਂ, ਉਸ ਦਾ ਨਾਮ ਸੀ ਭਾਈ ਹਰਦਾਸ ਜੀ। ਉਹ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਚੰਦੂ ਦੇ ਪੁੱਤਰ ਨੇ ਗੁਰੂ ਜੀ ਲਈ ਜ਼ਹਿਰ ਨਾਲ ਸਨੀ ਹੋਈ ਇੱਕ ਪੋਸ਼ਾਕ ਭੇਜੀ ਸੀ, ਜਿਸ ਨੂੰ ਪਾਉਣ ਤੋਂ ਬਾਅਦ ਜਦੋਂ ਪਸੀਨਾ ਆਉਂਦਾ ਸੀ ਤਾਂ ਚਮੜੀ ਰਾਹੀਂ ਜ਼ਹਿਰ ਸਰੀਰ ਵਿੱਚ ਦਾਖਲ ਹੋ ਜਾਂਦਾ ਸੀ। ਦਰੋਗੇ ਭਾਈ ਹਰਦਾਸ ਜੀ ਨੇ ਨਾ ਤਾਂ ਗੁਰੂ ਜੀ ਨੂੰ ਉਹ ਪੋਸ਼ਾਕ ਪਾਉਣ ਦਿੱਤੀ ਤੇ ਨਾ ਹੀ ਉੱਥੋਂ ਦਾ ਭੋਜਨ ਕਰਨ ਦਿੱਤਾ। ਗੁਰੂ ਜੀ ਦੇ ਨਾਲ ਦਿੱਲੀ ਤੇ ਬਾਅਦ ਵਿੱਚ ਗਵਾਲੀਅਰ ਦੇ ਬੂਹੇ ਤੱਕ ਆਏ ਸਿੰਘ ਦਰੋਗੇ ਦੀ ਰਜਾਮੰਦੀ ਨਾਲ ਗੁਰੂ ਜੀ ਨੂੰ ਮਿਲ ਸਕਦੇ ਸਨ। ਭੋਜਨ ਵਿੱਚ ਜ਼ਹਿਰ ਦੀ ਗੱਲ ਸੁਣਨ ਤੋਂ ਬਾਅਦ ਉਹ ਸ਼ਹਿਰ ਵਿੱਚ ਜਾ ਕੇ ਠਠਿਆਰਾਂ ਕੋਲ ਜੀ ਤੋੜ ਮਿਹਨਤ ਕਰਦੇ, ਪੈਸੇ ਕਮਾ ਕੇ ਲਿਆਉਂਦੇ ਤੇ ਭੋਜਨ ਤਿਆਰ ਕਰਕੇ ਪਹਿਲਾਂ ਗੁਰੂ ਜੀ ਨੂੰ ਛਕਾਉਂਦੇ, ਫਿਰ ਉੱਥੋਂ ਦੇ ਕੈਦੀ ਰਾਜਿਆਂ ਨੂੰ ਤੇ ਫਿਰ ਬਚਿਆ ਖੁਚਿਆ ਆਪ ਛਕਦੇ। ਜ਼ਹਿਰ ਭਰਿਆ ਖਾਣਾ ਛੱਡਣ ਤੋਂ ਬਾਅਦ ਕੈਦੀਆਂ ਦੀ ਸਿਹਤ ਵਿੱਚ ਸੁਧਾਰ ਹੋਣ ਲੱਗ ਪਿਆ। ਕਿਲੇ ਵਿੱਚ ਭਜਨ ਬੰਦਗੀ ਸ਼ੁਰੂ ਹੋ ਗਈ। ਲੰਮੇ ਸਮੇਂ ਬਾਅਦ ਰਾਜਿਆਂ ਦੇ ਮਨ ਵਿੱਚ ਜ਼ਿੰਦਗੀ ਦੀ ਇੱਕ ਆਸ ਜਗੀ। ਉਧਰੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਸੰਗਤਾਂ ਵਿਰਾਗ ਵਿੱਚ ਆ ਗਈਆਂ ਕਿ ਇੰਨਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਗੁਰੂ ਜੀ ਹਜੇ ਤੱਕ ਵਾਪਸ ਨਹੀਂ ਪਰਤੇ। ਸੰਗਤਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ। ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਇੱਕ ਮਸ਼ਾਲ, ਇੱਕ ਨਿਸ਼ਾਨ ਸਾਹਿਬ ਤੇ ਖੰਡਾ ਲੈ ਕੇ ਕੀਰਤਨ ਕਰਦਿਆਂ ਇਹ ਸੰਗਤਾਂ ਪਿੰਡ ਹੁੰਦਿਆਂ ਅੰਮ੍ਰਿਤਸਰ ਸਾਹਿਬ ਤੋਂ ਗਵਾਲੀਅਰ ਦੇ ਕਿਲੇ ਤੱਕ ਪਹੁੰਚੀਆਂ। 105 ਸਾਲ ਦੀ ਉਮਰ ਦੇ ਬਾਬਾ ਬੁੱਢਾ ਜੀ ਨੇ ਗਵਾਲੀਅਰ ਦੇ ਕਿਲੇ ਦਾ ਰਸਤਾ ਪੈਦਲ ਤੈਅ ਕੀਤਾ, ਪਰ ਦਰੋਗਾ ਵੀ ਮਜਬੂਰ ਸੀ। ਉਹ ਸੰਗਤਾਂ ਨੂੰ ਅੰਦਰ ਨਹੀਂ ਆਉਣ ਦੇ ਸਕਦਾ ਸੀ। ਗੁਰੂ ਜੀ ਦੇ ਕਹਿਣ ਤੇ ਸਿਰਫ ਬਾਬਾ ਬੁੱਢਾ ਜੀ ਨੂੰ ਹੀ ਅੰਦਰ ਜਾ ਕੇ ਮਿਲਣ ਦੀ ਇਜਾਜ਼ਤ ਦਿੱਤੀ ਗਈ। ਬਾਬਾ ਜੀ ਨੇ ਕਿਹਾ ਕਿ ਸਤਿਗੁਰੂ ਸੰਗਤਾਂ ਲੰਬੇ ਸਮੇਂ ਤੋਂ ਤੁਹਾਨੂੰ ਉਡੀਕ ਰਹੀਆਂ ਹਨ। ਇਸ ਦੀਨ ਦੁਨੀਆ ਦੇ ਮਾਲਕ ਨੂੰ ਉਸਨੇ ਕੈਦ ਕਰਕੇ ਰੱਖਿਆ ਹੋਇਆ ਹੈ। ਇਹ ਤਾਂ ਜਹਾਂਗੀਰ ਦਾ ਵਹਿਮ ਹੈ। ਕਿਰਪਾ ਕਰਕੇ ਹੁਣ ਵਾਪਸ ਆ ਜਾਓ। ਗੁਰੂ ਜੀ ਫਰਮਾਏ ਕਿ ਬਾਬਾ ਜੀ ਮੈਂ ਛੇਤੀ ਹੀ ਵਾਪਸ ਆ ਜਾਊਂਗਾ, ਪਰ ਜਿੰਨਾ ਚਿਰ ਅਸੀਂ ਵਾਪਸ ਨਹੀਂ ਆਉਂਦੇ ਬਿਲਕੁਲ ਇਸੇ ਤਰ੍ਹਾਂ ਦੀ ਚੌਂਕੀ ਤੁਸੀਂ ਰੋਜ਼ ਹਰਿਮੰਦਰ ਸਾਹਿਬ ਸਰੋਵਰ ਦੇ ਚਾਰੇ ਪਾਸੇ ਕੱਢਣੀ ਹੈ। ਜਿਹੜੀਆਂ ਸੰਗਤਾਂ ਸਾਡੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਉਹ ਭਾਵਨਾ ਨਾਲ ਉਸ ਚੌਂਕੀ ਵਿੱਚ ਸ਼ਾਮਿਲ ਹੋਣ। ਮੈਂ ਉਹਨਾਂ ਨੂੰ ਉੱਥੇ ਹੀ ਦਰਸ਼ਨ ਦੇ ਦੇਵਾਂਗਾ। ਤੁਸੀਂ ਜਦੋਂ ਕਦੀ ਵੀ ਦਰਬਾਰ ਸਾਹਿਬ ਗਏ ਹੋਵੋ, ਉੱਥੇ ਸ਼ਾਮ ਵੇਲੇ ਬਜ਼ੁਰਗ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਅੱਜ ਵੀ ਇਹ ਚੌਂਕੀ ਕੱਢਦੇ ਹਨ, ਕਿਉਂਕਿ ਉਹਨਾਂ ਦੀ ਭਾਵਨਾ ਹੈ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਇਸ ਚੌਂਕੀ ਵਿੱਚ ਸ਼ਾਮਿਲ ਹੁੰਦੇ ਹਨ। ਇਸ ਚੌਂਕੀ ਦੇ ਕੀਰਤਨ ਦੀ ਤਰਜਨਾ ਰਾਗੀ, ਢਾਡੀ, ਕੀਰਤਨੀਆ ਦੁਨੀਆ ਦੇ ਹੋਰ ਕਿਸੇ ਸੰਗੀਤ ਨਾਲ ਨਹੀਂ ਮਿਲਦੀ। ਇਹ ਬਾਬਾ ਬੁੱਢਾ ਜੀ ਦੀ ਵਿਰਾਸਤ ਹੈ, ਜਿਸ ਨੂੰ ਅੱਜ ਗਿਣੇ ਚੁਣੇ ਸਿੰਘ ਹੀ ਸਾਂਭੇ ਹੋਏ ਹਨ ਤੇ ਲੁਪਤ ਹੋਣ ਤੋਂ ਪਹਿਲਾਂ ਇਸ ਨੂੰ ਸਾਂਭਣ ਦੀ ਸਖਤ ਜ਼ਰੂਰਤ ਹੈ। ਸਮਾਂ ਇਸੇ ਤਰ੍ਹਾਂ ਲੰਘਦਾ ਰਿਹਾ। ਹਫ਼ਤਿਆਂ ਤੋਂ ਮਹੀਨੇ ਤੇ ਮਹੀਨਿਆਂ ਤੋਂ ਸਾਲਾਂ ਬੀਤ ਗਏ, ਪਰ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾ ਕਰਨ ਦਾ ਨਾਮ ਨਹੀਂ ਲਿਆ। ਹਰ ਦਿਨ ਸੰਗਤਾਂ ਦਾ ਦੂਰੋਂ ਕਿਲੇ ਤੇ ਮੱਥਾ ਟੇਕਣ ਆਉਣ ਤੇ ਪ੍ਰਕਿਰਮਾ ਕਰਨ ਦਾ ਹਜੂਮ ਲੱਗਿਆ ਰਹਿੰਦਾ ਸੀ।
ਗੁਰੂ ਜੀ ਦੀ ਰਿਹਾਈ ਵਿੱਚ ਦੋ ਲੋਕਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ। ਪਹਿਲਾ ਸੀ ਜਹਾਂਗੀਰ ਦਾ ਸ਼ਾਹੀ ਹਕੀਮ ਵਜ਼ੀਰ ਖਾਨ, ਜੋ ਗੁਰੂ ਘਰ ਦਾ ਪੱਕਾ ਮੁਰੀਦ ਸੀ। ਉਸ ਦੀ ਇੱਕ ਜਾਨਲੇਵਾ ਬਿਮਾਰੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਿਹਰ ਨਾਲ ਠੀਕ ਹੋਈ ਸੀ ਤੇ ਉਸਨੇ ਸਾਰੀ ਜ਼ਿੰਦਗੀ ਸੁਖਮਨੀ ਸਾਹਿਬ ਪੜ੍ਹੇ ਬਿਨਾਂ ਘਰ ਤੋਂ ਬਾਹਰ ਪੈਰ ਨਹੀਂ ਰੱਖਿਆ ਸੀ। ਉਹ ਬਹੁਤ ਵਾਰ ਕਹਿੰਦਾ ਸੀ ਕਿ ਬਾਦਸ਼ਾਹ, ਤੁਹਾਡੀ ਬਿਮਾਰੀ ਕਿਸੇ ਹਕੀਮ ਦੇ ਵੱਸ ਦੀ ਨਹੀਂ ਹੈ, ਤੁਸੀਂ ਗੁਰੂ ਜੀ ਦੀ ਸ਼ਰਨ ਲਓ ਤਾਂ ਹੀ ਠੀਕ ਹੋ ਪਾਓਗੇ। ਜਹਾਂਗੀਰ ਨੇ ਦੂਰੋਂ ਵਿਦੇਸ਼ਾਂ ਤੋਂ ਵੀ ਕਈ ਖਾਸ ਹਕੀਮ ਬੁਲਾਏ, ਪਰ ਉਸ ਦੀ ਬਿਮਾਰੀ ਦਾ ਇਲਾਜ ਨਾ ਹੋ ਸਕਿਆ। ਜਦੋਂ ਬਿਮਾਰੀ ਨਾਲ ਇਲਾਜ ਨਾ ਹੋਵੇ ਤਾਂ ਕੁਦਰਤੀ ਬੰਦਾ ਦੂਜੇ ਰਾਹ ਲੱਭਦਾ ਹੈ। ਜਹਾਂਗੀਰ ਨੇ ਵੀ ਸੁਝਾਅ ਲੈਣ ਲਈ ਸਾਈਂ ਮੀਆਂ ਮੀਰ ਜੀ ਨੂੰ ਦਰਬਾਰ ਵਿੱਚ ਬੁਲਾਇਆ, ਜਿਨ੍ਹਾਂ ਨੂੰ ਮੁਗਲ ਰੱਬੀ ਰੂਹ ਮੰਨਦੇ ਸਨ। ਜਹਾਂਗੀਰ ਸਾਈਂ ਮੀਆਂ ਮੀਰ ਜੀ ਦਾ ਮੁਰੀਦ ਸੀ ਤੇ ਸਾਈਂ ਜੀ ਗੁਰੂ ਸਾਹਿਬ ਦੇ ਮੁਰੀਦ ਸਨ। ਜਦੋਂ ਸਾਈਂ ਜੀ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਹੈ ਤਾਂ ਉਹ ਜਹਾਂਗੀਰ ਕੋਲ ਜਾਣ ਤੋਂ ਪਹਿਲਾਂ ਗਵਾਲੀਅਰ ਦੇ ਕਿਲੇ ਵੱਲ ਗਏ। ਉੱਥੇ ਉਹਨਾਂ ਕਿਲੇ ਦੇ ਦਰਵਾਜ਼ੇ ਤੇ ਮੱਥਾ ਟੇਕਿਆ ਤੇ ਜੁੱਤੀ ਲਾ ਕੇ ਨੰਗੇ ਪੈਰੀ ਕਿਲੇ ਦੀ ਪ੍ਰਕਿਰਮਾ ਕੀਤੀ ਤੇ ਇਸ ਤੋਂ ਬਾਅਦ ਜਹਾਂਗੀਰ ਕੋਲ ਪਹੁੰਚੇ। ਜਹਾਂਗੀਰ ਨੇ ਪੁੱਛਿਆ ਕਿ ਸਾਈਂ ਮੀਆਂ ਮੀਰ ਜੀ, ਮੇਰੀ ਬਿਮਾਰੀ ਠੀਕ ਕਿਉਂ ਨਹੀਂ ਹੁੰਦੀ, ਮੈਂ ਖੁਸ਼ ਕਿਉਂ ਨਹੀਂ ਰਹਿ ਪਾਉਂਦਾ, ਕੋਈ ਰਾਹ ਦਿਖਾਉਣ ਦੀ ਕਿਰਪਾ ਕਰੋ। ਤਾਂ ਸਾਈਂ ਮੀਆਂ ਮੀਰ ਜੀ ਨੇ ਜਵਾਬ ਦਿੱਤਾ ਕਿ ਜਹਾਂਗੀਰ, ਰੱਬੀ ਰੂਹਾਂ ਨੂੰ ਕੈਦ ਕਰਨ ਵਾਲੇ ਆਪ ਕਦੇ ਖੁਸ਼ ਨਹੀਂ ਰਹਿ ਸਕਦੇ। ਸੰਗਤ ਤੇ ਗੁਰੂ ਸਾਹਿਬ ਦਾ ਪ੍ਰਭਾਵ ਵੇਖ ਕੇ ਤੇ ਮੁਗਲਾਂ ਵੱਲੋਂ ਰੱਬ ਦੀ ਤਰ੍ਹਾਂ ਪੂਜੇ ਜਾਣ ਵਾਲੇ ਸਾਈਂ ਮੀਆਂ ਮੀਰ ਜੀ ਦੇ ਫਟਕਾਰਨ ਤੇ ਜਹਾਂਗੀਰ ਨੂੰ ਆਖਿਰਕਾਰ ਅਕਲ ਆ ਹੀ ਗਈ। ਉਸ ਨੇ ਦਰੋਗੇ ਨੂੰ ਚਿੱਠੀ ਲਿਖ ਕੇ ਗੁਰੂ ਸਾਹਿਬ ਨੂੰ ਆਜ਼ਾਦ ਕਰਨ ਨੂੰ ਕਿਹਾ। ਦਰੋਗੇ ਨੇ ਖੁਸ਼ੀ-ਖੁਸ਼ੀ ਇਹ ਖਬਰ ਗੁਰੂ ਸਾਹਿਬ ਨੂੰ ਸੁਣਾਈ, ਪਰ ਗੁਰੂ ਜੀ ਨੇ ਇਕੱਲਿਆਂ ਰਿਹਾ ਹੋਣ ਤੋਂ ਮਨਾ ਕਰ ਦਿੱਤਾ। ਕਾਰਨ ਪੁੱਛਣ ਤੇ ਗੁਰੂ ਜੀ ਫਰਮਾਏ ਕਿ ਸਾਡੇ ਜਾਣ ਬਾਅਦ ਇਸ ਕਿਲੇ ਦਾ ਮਾਹੌਲ ਪਹਿਲਾਂ ਵਰਗਾ ਹੀ ਹੋ ਜਾਊਗਾ ਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਲੋਕ ਇੱਕ ਵਾਰ ਫੇਰ ਨਰਕ ਵਰਗੀ ਜ਼ਿੰਦਗੀ ਜੀਣ। ਜੇ ਅਸੀਂ ਜਾਵਾਂਗੇ ਤਾਂ ਇਹਨਾਂ ਸਭ ਨੂੰ ਨਾਲ ਲੈ ਕੇ ਜਾਵਾਂਗੇ, ਨਹੀਂ ਤਾਂ ਫਿਰ ਇੱਥੇ ਹੀ ਰਹਾਂਗੇ। ਇਹ ਗੱਲ ਜਦੋਂ ਜਹਾਂਗੀਰ ਤੱਕ ਪਹੁੰਚੀ ਤਾਂ ਉਹਨੇ ਸਿਆਸਤਦਾਨਾਂ ਵਾਂਗੂ ਚਾਲ ਚੱਲੀ ਕਿ ਚਲੋ ਠੀਕ ਹੈ, ਪਰ ਜਿੰਨੇ ਲੋਕ ਗੁਰੂ ਜੀ ਦਾ ਲੜ ਫੜ ਕੇ ਬਾਹਰ ਨਿਕਲ ਸਕਦੇ ਹਨ ਸਿਰਫ ਉਨੇ ਹੀ ਜਾਣਗੇ। ਉਸਨੇ ਸੋਚਿਆ ਕਿ ਲੜ ਫੜ ਕੇ ਤਾਂ ਵੱਧ ਤੋਂ ਵੱਧ 2 ਜਾਂ 3 ਜਣੇ ਹੀ ਜਾ ਸਕਦੇ ਹਨ ਤੇ ਇਸ ਗੱਲ ਦਾ ਫੈਸਲਾ ਕਰਨ ਲਈ ਇਹ ਰਾਜੇ ਆਪਸ ਵਿੱਚ ਹੀ ਲੜਦੇ ਰਹਿਣਗੇ ਤੇ ਕੋਈ ਵੀ ਆਜ਼ਾਦ ਨਾ ਹੋ ਪਾਊਗਾ। ਪਰ ਗੁਰੂ ਜੀ ਨੇ ਜਹਾਂਗੀਰ ਦੀਆਂ ਸਾਰੀਆਂ ਚਾਲਾਂ ਫੇਲ ਕਰਦੇ ਹੋਏ ਦਰੋਗੇ ਦੇ ਰਾਹੀਂ ਇੱਕ 52 ਕਲੀਆਂ ਵਾਲਾ ਚੋਲਾ ਸਵਾਇਆ, ਜਿਹਦੇ ਲੜ ਫੜ ਕੇ ਸਾਰੇ 52 ਦੇ 52 ਰਾਜੇ ਹੀ ਕਿਲੇ ਚੋਂ ਬਾਹਰ ਆ ਗਏ। ਗੁਰੂ ਜੀ ਦੇ ਕੈਦ ਵਿੱਚ ਰਹਿਣ ਦੇ ਸਮੇਂ ਤੇ ਇਤਿਹਾਸਕਾਰਾਂ ਦੀ ਅੱਡ-ਅੱਡ ਰਾਏ ਹੈ। ਕੋਈ ਕਹਿੰਦਾ ਹੈ 3 ਸਾਲ, ਕੋਈ 5 ਤੇ ਕੋਈ 12 ਸਾਲ ਦੱਸਦਾ ਹੈ। ਪਰ ਜੇ ਤੱਥਾਂ ਨੂੰ ਧਿਆਨ ਨਾਲ ਦੇਖੀਏ ਤਾਂ 1609 ਵਿੱਚ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਗਈ ਤੇ 1613 ਵਿੱਚ ਗੁਰੂ ਸਾਹਿਬ ਦੇ ਪਹਿਲੇ ਪੁੱਤਰ ਭਾਈ ਗੁਰਦਿੱਤਾ ਜੀ ਦਾ ਜਨਮ ਹੁੰਦਾ ਹੈ। तो ਇਹ ਸਮਾਂ ਲਗਭਗ 2 ਤੋਂ 2.5 ਸਾਲ ਦਾ ਪ੍ਰਤੀਤ ਹੁੰਦਾ ਹੈ। ਗੁਰੂ ਜੀ ਦੇ ਅੰਮ੍ਰਿਤਸਰ ਪਹੁੰਚਣ ਦੀ ਖੁਸ਼ੀ ਵਿੱਚ ਸਾਰੇ ਨਗਰ ਵਿੱਚ ਦੀਪਮਾਲਾ ਕੀਤੀਆਂ ਗਈਆਂ, ਮਠਾਈਆਂ ਵੰਡੀਆਂ ਗਈਆਂ ਤੇ ਗੁਰਮਤਿ ਸਮਾਗਮ ਹੋਏ। ਸਾਰੇ ਪਾਸੇ ਖੁਸ਼ੀਆਂ ਮਨਾਈਆਂ ਗਈਆਂ। ਇਸੇ ਦਿਨ ਨੂੰ ਹੀ ਅੱਜ ਆਪਾਂ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ। ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਗੁਰੂ ਸਾਹਿਬ ਦੇ ਅੰਮ੍ਰਿਤਸਰ ਪਹੁੰਚਣ ਦਾ ਮਹੀਨਾ ਹੋਰ ਸੀ, ਪਰ ਜਦੋਂ ਗੁਰੂ ਘਰਾਂ ਦਾ ਪ੍ਰਬੰਧ ਨਿਰਮਲੇ ਸਿੱਖਾਂ ਨੇ ਸੰਭਿਆ ਤਾਂ ਇਸ ਨੂੰ ਦੀਵਾਲੀ ਦੇ ਨਾਲ ਮਨਾਉਣਾ ਸ਼ੁਰੂ ਕਰ ਦਿੱਤਾ। ਪਰ ਜੇ ਆਪਾਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਪੜ੍ਹੀਏ, ਪਰ ਉਹਨਾਂ ਵਿੱਚ ਸਾਫ਼-ਸਾਫ਼ ਦੀਵਾਲੀ ਦੇ ਨਾਲ ਇਸ ਨੂੰ ਮਨਾਉਣ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੀ ਘਟਨਾ ਦਾ ਵੀ ਬੰਦੀ ਛੋੜ ਦਿਵਸ ਨਾਲ ਗਹਿਰਾ ਸੰਬੰਧ ਹੈ, ਜੋ ਕਿ ਨਿਰਮਲੇ ਸਿੱਖਾਂ ਤੋਂ ਪਹਿਲਾਂ ਦੀ ਗੱਲ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਕੁੱਲ 4 ਜੰਗਾਂ ਲੜੀਆਂ ਸੀ। ਉਹ ਕਦੋਂ ਤੇ ਕਿਵੇਂ ਲੜੀਆਂ, ਇਸ ਦਾ ਜ਼ਿਕਰ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ, ਕਿਉਂਕਿ ਵੀਡੀਓ ਆਲਰੇਡੀ ਬਹੁਤ ਲੰਬਾ ਹੋ ਚੁੱਕਿਆ ਹੈ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਦਬ ਦਿਓ ਤਾਂ ਜੋ ਇਸ ਤਰ੍ਹਾਂ ਦੇ ਸ਼ਾਨਦਾਰ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਤੇ ਸਾਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਜ਼ਰੂਰ ਕਰ ਲਿਓ, ਕਿਉਂਕਿ ਨਵੇਂ ਮੈਨੇਜਰ ਦੇ ਆਉਣ ਤੋਂ ਬਾਅਦ ਉੱਥੇ ਵੀ ਡੇਲੀ ਦਾ ਸ਼ਾਨਦਾਰ ਕੰਟੈਂਟ ਅਪਲੋਡ ਹੁੰਦਾ ਹੈ। ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ।